ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866-790-8984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਮੈਂ ਪਿਕਸ ਦੇ ਬਿਹਾਫ ਤੇ ਆਪ ਸਾਰਿਆਂ ਨੂੰ 25ਵੀਂ ਸ਼ਤਾਬਦੀ ਤੇ ਆਉਣ ਲਈ ਦਾਅਵਤ ਦਿੰਦਾ ਹਾਂ। ਇਹ ਫੰਕਸ਼ਨ ਗ੍ਰੈਂਡ ਤਾਜ ਵਿਖੇ 6 ਵਜੇ 2 ਨਵੰਬਰ ਨੂੰ ਹੋਵੇਗਾ। ਇਹਦੇ ਸਾਰੇ ਪ੍ਰੋਸੀਡਸ ਲੌਂਗ ਟਰਮ ਕੇਅਰ ਬਣਾਉਣ ਲਈ ਵਰਤੇ ਜਾਣਗੇ। ਲੌਂਗ ਟਰਮ ਕੇਅਰ 2013 ਜਾਂ 14 'ਚ ਬਣ ਜਾਵੇਗੀ। ਤੇ ਹੋਰ ਜਾਣਕਾਰੀ ਲਈ ਪਿਕਸ ਨੂੰ ਫੋਨ ਕਰੋ 596-7722। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਨਾਲ ਹੀ ਗੁਰੂ ਰਾਮਦਾਸ ਜੀ ਦੇ ਜੀਵਨੀ ਬਾਰੇ ਆਓ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਤੋਂ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ, ਉਹਨਾਂ ਦੇ ਜੀਵਨੀ ਤੋਂ ਜਾਣਕਾਰੀ ਲੈਂਦੇ ਹਾਂ ਤੇ ਕੀ ਸਾਨੂੰ ਸਿੱਖਣ ਦੀ ਲੋੜ ਹੈ। ਜੀ ਆਨੰਦ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਗੁਰੂ ਰਾਮਦਾਸ ਜੀ ਦੀ ਜੋ ਦੇਣ ਹੈਗੀ ਹੈ ਸਿੱਖਾਂ ਨੂੰ ਅਤੇ ਕੀ ਕੁਝ ਸਾਨੂੰ ਸਿੱਖਣ ਦੀ ਲੋੜ ਹੈ, ਉਸ ਦੇ ਬਾਰੇ ਚਾਹਾਂਗੇ ਸਾਨੂੰ ਵਿਸਥਾਰ ਵਿੱਚ ਦੱਸੋ ਜੀ। ਸਭ ਤੋਂ ਪਹਿਲਾਂ ਜੇ ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਦੇ ਬਾਰੇ ਵਿਚਾਰ ਕਰਨਾ ਹੈ, ਸਾਨੂੰ ਪਤਾ ਹੋਣਾ ਚਾਹੀਦਾ ਗੁਰੂ ਰਾਮਦਾਸ ਜੀ ਮਹਾਰਾਜ ਕਿੱਥੇ ਪ੍ਰਕਾਸ਼ਮਾਨ ਹੋਏ ਜੀ ਤੇ ਉਹਨਾਂ ਦਾ ਆਰੰਭਕ ਜੀਵਨ ਜਿਹੜਾ ਸੀ ਉਹ ਕਿਵੇਂ ਦਾ ਸੀ। ਤਾਂ ਇਤਿਹਾਸ ਦੇ ਪੰਨਿਆਂ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ 24 ਸਤੰਬਰ 1534 ਈਸਵੀ ਨੂੰ ਲਾਹੌਰ ਦੇ ਅੰਦਰ ਚੂਨਾ ਮੰਡੀ ਵਿਖੇ ਪ੍ਰਕਾਸ਼ਮਾਨ ਹੋਏ ਜੀ। ਆਪ ਜੀ ਦੇ ਸਤਿਕਾਰਯੋਗ ਪਿਤਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦੀ ਕੁੱਖ ਤੋਂ ਆਪ ਜੀ ਇਸ ਸੰਸਾਰ ਦੇ ਅੰਦਰ ਪ੍ਰਗਟ ਹੋਏ। ਬੜਾ ਹੀ ਇਹ ਪਿਆਰ ਭਰਿਆ ਧਰਮ ਦੇ ਨਾਲ ਜੁੜਿਆ ਹੋਇਆ ਪਰਿਵਾਰ ਸੀ ਔਰ ਆਰਥਿਕ ਤੌਰ ਤੇ ਵੀ ਸੰਪੰਨ ਪਰਿਵਾਰ ਸੀ, ਕਿਉਂਕਿ ਚੂਨਾ ਮੰਡੀ ਜਿਹਦੇ ਪ੍ਰਤੀ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਉੱਥੇ ਹੀਰੇ ਦੀਆਂ ਕਣੀਆਂ ਦਾ ਕੰਮ ਹੁੰਦਾ ਸੀ। ਚੂਨੇ ਦਾ ਭਾਵ ਕੋਈ ਕਲੀ ਜਾਂ ਉਹ ਜੋ ਕੰਧਾਂ ਨੂੰ ਅਸੀਂ ਰੰਗ ਕਰਦੇ ਹਾਂ ਉਹ ਨਹੀਂ, ਇਹ ਚੂਨਾ ਅਸਲ ਦੇ 'ਚ ਹੀਰੇ ਦੀਆਂ ਕਣੀਆਂ ਸਨ ਜਿਨ੍ਹਾਂ ਦਾ ਉੱਥੇ ਕੰਮ ਹੁੰਦਾ ਸੀ। ਔਰ ਸੁਭਾਵਿਕ ਹੈ ਕਿ ਐਸਾ ਕੰਮ ਕਰਨ ਵਾਲੇ ਲੋਕ ਜਿਹੜੇ ਸਨ ਉਹ ਆਰਥਿਕ ਤੌਰ ਤੇ ਸੰਪੰਨ ਸਨ ਜੀ। ਲੇਕਿਨ ਸੁਭਾਵਿਕ ਤੌਰ ਤੇ ਹੀ ਕੁਦਰਤੀ ਹੀ ਐਸਾ ਵਾਪਰਿਆ ਕਿ ਬਚਪਨ ਦੇ ਅੰਦਰ ਕੁਝ ਮਹੀਨਿਆਂ ਬਾਅਦ ਹੀ ਸਤਿਕਾਰਯੋਗ ਭਾਈ ਜੇਠਾ ਜੀ, ਜਿਨ੍ਹਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ, ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਿਹੜਾ ਪਹਿਲਾ ਨਾਮ ਹੈ ਉਹ ਭਾਈ ਜੇਠਾ ਜੀ ਹੈ ਜੀ। ਘਰ ਪਰਿਵਾਰ ਦੇ ਵਿੱਚ ਵੱਡੇ ਸਨ ਤੇ ਸਾਡੇ ਪੰਜਾਬੀ ਸਮਾਜ ਦੇ ਵਿੱਚ ਜਿਹੜਾ ਵੱਡਾ ਪੁੱਤਰ ਹੋਵੇ ਉਹਨੂੰ ਜੇਠਾ ਪੁੱਤਰ ਕਹਿੰਦੇ ਨੇ। ਤੋ ਜੇਠਾ ਕਹਿਣਾ ਸਾਰਿਆਂ ਨੇ ਆਰੰਭ ਕਰ ਦਿੱਤਾ, ਇਸ ਵਾਸਤੇ ਨਾਂ ਜਿਹੜਾ ਸੀ ਉਹ ਜੇਠਾ ਜੀ ਪ੍ਰਸਿੱਧ ਹੋਇਆ। ਜਦੋਂ ਮਾਤਾ ਜੀ ਅਕਾਲ ਚਲਾਣਾ ਕਰ ਗਏ ਤਾਂ ਪਿਤਾ ਜੀ ਦੀ ਛਤਰ ਛਾਇਆ ਮਿਲੀ, ਲੇਕਿਨ ਕਰੀਬ 7 ਸਾਲ ਬਾਅਦ ਸਤਿਕਾਰਯੋਗ ਪਿਤਾ ਹਰਦਾਸ ਜੀ ਵੀ ਚੜ੍ਹਾਈ ਕਰ ਗਏ, ਜਿਸ ਕਾਰਨ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਨ ਉਹ ਆਪ ਜੀ ਦੇ ਮੋਢਿਆਂ ਤੇ ਆ ਪਈਆਂ ਜੀ। ਤਾਂ ਉਹਨਾਂ ਦਾ ਜਿਹੜਾ ਬਚਪਨਾ ਹੈ ਬੜਾ ਹੀ ਸੰਘਰਸ਼ ਪੂਰਵਕ ਹੈ, ਕਿਉਂਕਿ ਉਸ ਸਮੇਂ ਜੇ ਕਿਸੇ ਨੇ ਆ ਕੇ ਬਾਂਹ ਫੜੀ ਤੇ ਉਹ ਸਨ ਆਪ ਜੀ ਦੇ ਨਾਨੀ ਜੀ, ਜਿਹੜੇ ਕਿ ਬਾਸਰਕੇ ਦੇ ਰਹਿਣ ਵਾਲੇ ਸਨ, ਜਿੱਥੇ ਦੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਰਹਿਣ ਵਾਲੇ ਸਨ, ਉੱਥੋਂ ਦੇ ਜੰਮਪਲ ਸਨ ਜੀ। ਔਰ ਨਾਨੀ ਬਜ਼ੁਰਗ ਸਨ, ਇਸ ਵਾਸਤੇ ਉਹ ਪੂਰੀ ਤਰ੍ਹਾਂ ਪਰਿਵਾਰ ਦੀਆਂ ਜਾਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਸਨ ਨਿਭਾ ਸਕਦੇ। ਤਾਂ ਆਪ ਜੀ ਨੇ ਕੇਵਲ ਇਹੀ ਕੀਤਾ ਕਿ ਆਪਣੇ ਇਸ ਦੋਤਰੇ ਨੂੰ ਚੰਗੀ ਦਿਸ਼ਾ ਦਿੱਤੀ। ਉਹਦਾ ਕਾਰਨ ਇਹ ਸੀ ਕਿ ਆਪ ਜੀ ਦੇ ਜੀਵਨ ਦੇ ਉੱਪਰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਪ੍ਰਭਾਵ ਸੀ ਜੀ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਭਾਵੇਂ ਜੇ ਗੁਰਗੱਦੀ ਪ੍ਰਾਪਤ ਨਹੀਂ ਸਨ ਹੋਏ, ਲੇਕਿਨ ਉਹ ਇੱਕ ਸਿੱਖੀ ਦੇ ਮਹਾਨ ਪ੍ਰਚਾਰਕ ਸਨ। ਆਪਣੇ ਨਗਰ ਵਿੱਚ ਆਉਂਦੇ ਸਨ, ਸਿੱਖੀ ਦਾ ਪ੍ਰਚਾਰ ਕਰਦੇ ਸਨ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਦਾ ਨਾਨੀ ਜੀ ਦੇ ਜੀਵਨ ਦੇ ਉੱਤੇ ਬੜਾ ਪ੍ਰਭਾਵ ਸੀ। ਇਸ ਵਾਸਤੇ ਉਹਨਾਂ ਨੇ ਆਪ ਜੀ ਨੂੰ ਕਿਰਤ ਦੇ ਨਾਲ ਜੋੜਿਆ। ਉਮਰ ਭਾਵੇਂ ਛੋਟੀ ਸੀ, ਲੇਕਿਨ ਉਹਨਾਂ ਨੂੰ ਇੱਕ ਛਾਬੜੀ ਬਣਾ ਕੇ ਦੇ ਦਿੱਤੀ ਕਿ ਬੇਟਾ ਕਿਸੇ ਕੋਲੋਂ ਮੰਗਣਾ ਨਹੀਂ ਹੈ, ਆਪ ਮਿਹਨਤ ਕਰਨੀ ਹੈ ਤੇ ਮਿਹਨਤ ਕਰਕੇ ਆਪਣਾ ਪੇਟ ਪਾਲਣਾ ਹੈ। ਆਪਣੇ ਵੀਰ ਦਾ ਜਾਂ ਆਪਣੀ ਭੈਣ ਦਾ ਵੀ ਆਪ ਜੀ ਨੇ ਖਿਆਲ ਰੱਖਣਾ ਹੈ, ਖੁਦ ਮਿਹਨਤ ਕਰੋ। ਤੋਂ ਲੈ ਕੇ ਛਾਬੜੀ ਜਾਂਦੇ ਸਨ ਹਰ ਰੋਜ਼ ਲਾਹੌਰ ਦੇ ਅੰਦਰ ਵੇਚਣ ਵਾਸਤੇ ਘੁੰਗਣੀਆਂ ਜਾਂ ਤਾਂ ਉਬਲੇ ਹੋਏ ਛੋਲਿਆਂ ਨੂੰ ਜਾਂ ਕਣਕ ਦੇ ਦਾਣਿਆਂ ਨੂੰ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਮਕਈ ਦੇ ਜਿਹੜੇ ਦਾਣੇ ਨੇ ਉਹਨਾਂ ਨੂੰ ਉਬਾਲਿਆ ਜਾਏ, ਉਹਨਾਂ ਨੂੰ ਘੁੰਗਣੀਆਂ ਕਿਹਾ ਜਾਂਦਾ ਹੈ। ਤੋ ਘੁੰਗਣੀਆਂ ਵੇਚਦੇ ਸਨ
ਨਾਨੀ ਜੀ ਦਾ ਜਿਹੜਾ ਸੁਭਾਅ ਸੀ ਤੇ ਜਿਹੜੇ ਉਹਨਾਂ ਦੇ ਕੋਲ ਅਧਿਆਤਮਿਕ ਗੁਣ ਸਨ, ਉਹਨਾਂ ਦਾ ਐਸਾ ਪ੍ਰਭਾਵ ਪਿਆ ਕਿ ਉਹਨਾਂ ਦਾ ਬਚਪਨ ਜਿਹੜਾ ਸੀ ਉਹ ਭਗਤੀ ਦੇ ਰੰਗ ਦੇ ਵਿੱਚ ਰੰਗਿਆ ਗਿਆ ਜੀ। ਜਿਵੇਂ ਇੱਕ ਸਾਖੀ ਆਉਂਦੀ ਹੈ ਕਿ ਇੱਕ ਦਿਨ ਜਦੋਂ ਘਰ ਵਾਪਸ ਆਏ ਤੇ ਨਾਨੀ ਜੀ ਨੇ ਅੱਗੇ ਹੱਥ ਕੀਤਾ ਵੀ ਬੇਟਾ ਲਿਆ ਜੋ ਅੱਜ ਦੀ ਕਮਾਈ ਮੈਂ ਬਾਜ਼ਾਰ ਦੇ ਵਿੱਚੋਂ ਜੋ ਦਾਲ ਪਾਣੀ ਜਾਂ ਜੋ ਵੀ ਸਾਜੋ ਸਮਾਨ ਹੈ ਭੋਜਨ ਤਿਆਰ ਕਰਨ ਵਾਸਤੇ ਆਟਾ ਇਤਾਦਕ ਉਹ ਮੈਂ ਲੈ ਕੇ ਆਵਾਂ ਜੀ। ਤੇ ਆਪ ਜੀ ਕਹਿਣ ਲੱਗੇ ਕਿ ਨਾਨੀ ਜੀ ਵੀ ਅੱਜ ਮੈਂ ਕੁਝ ਵੀ ਕਮਾ ਕੇ ਨਹੀਂ ਲਿਆਇਆ, ਪਰ ਇਸ ਦੇ ਬਾਵਜੂਦ ਮੈਂ ਬਹੁਤ ਕੁਝ ਪ੍ਰਾਪਤ ਕੀਤਾ ਹੈ। ਉਹ ਕਹਿਣ ਲੱਗੇ ਕੀ ਗੱਲ ਹੋਈ? ਕਹਿਣ ਲੱਗੇ ਕਿ ਅੱਜ ਇੱਕ ਫਕੀਰ ਆ ਗਿਆ ਰੱਬ ਦਾ ਪਿਆਰਾ ਤੇ ਉਹ ਭੁੱਖਾ ਸੀ ਲੇਕਿਨ ਉਹਦੇ ਕੋਲ ਪੈਸੇ ਨਹੀਂ ਸਨ ਜੀ। ਤੇ ਮੈਂ ਘੁੰਗਣੀਆਂ ਦਾ ਬੁੱਕ ਭਰ ਕੇ ਉਹਦੀ ਝੋਲੀ ਵਿੱਚ ਪਾ ਦਿੱਤਾ। ਲੇਕਿਨ ਕੁਝ ਸਮੇਂ ਬਾਅਦ ਉਹਨੇ ਇਹ ਪ੍ਰਗਟਾਵਾ ਕੀਤਾ ਮੈਨੂੰ ਅਜੇ ਵੀ ਲੋੜ ਹੈ, ਮੇਰੀ ਪੇਟ ਦੀ ਅੱਗ ਅਜੇ ਨਹੀਂ ਬੁੱਝੀ, ਤੇ ਮੈਂ ਸਾਰੀ ਛਾਬੜੀ ਜਿਹੜੀ ਸੀ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ। ਉਹ ਸਾਰਾ ਹੀ ਜਿਹੜਾ ਛਾਬਾ ਸੀ ਉਹ ਛਕ ਗਿਆ ਤੇ ਮੈਂ ਅੱਜ ਕੋਈ ਪੈਸਾ ਪ੍ਰਾਪਤ ਨਹੀਂ ਕਰ ਸਕਿਆ ਮਿਹਨਤ ਕਰਕੇ। ਤੋ ਨਾਨੀ ਜੀ ਦੀਆਂ ਅੱਖਾਂ ਭਰ ਆਈਆਂ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਕਿਹਾ, ਕਹਿਣ ਲੱਗੇ ਬੇਟਾ ਵੀ ਜਿਹੋ ਜਿਹਾ ਪ੍ਰਮਾਤਮਾ ਨੇ ਤੈਨੂੰ ਮਨ ਦਿੱਤਾ ਹੈ, ਜਿਹੋ ਜਿਹਾ ਤੈਨੂੰ ਸੁਭਾਅ ਦਿੱਤਾ ਹੈ ਕੁਝ ਵੰਡਣ ਦਾ, ਜੀ। ਵਾਹਿਗੁਰੂ ਕਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਐਡਾ ਭੰਡਾਰਾ ਵੀ ਮਿਲੇ ਵੀ ਤੂੰ ਵੰਡਦਾ ਹੋਇਆ ਥੱਕੇ ਨਾ ਤੇ ਲੈਣ ਵਾਲੇ ਲੈਂਦਿਆਂ ਲੈਂਦਿਆਂ ਥੱਕ ਜਾਣ। ਠੀਕ। ਮਾਨੋ ਕਿ ਨਾਨੀ ਦੀ ਇੱਕ ਅਰਦਾਸ ਸੀ ਜਿਹੜੀ ਬਾਅਦ ਦੇ ਵਿੱਚ ਪੂਰੀ ਹੋਈ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਗੁਰਗੱਦੀ ਦੇ ਵਾਰਸ ਬਣੇ। ਅੱਜ ਵੀ ਲੋਕ ਕਹਿੰਦੇ ਨੇ ਵੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਲੰਗਰ ਜਿਹੜਾ ਦਿਨ ਰਾਤ ਅਟੁੱਟ ਚੱਲਦਾ, ਉੱਥੇ ਕੋਈ ਭੁੱਖਾ ਨਹੀਂ ਰਹਿ ਸਕਦਾ। ਤੋ ਬਚਪਨ ਦੇ ਅੰਦਰ ਉਹਨਾਂ ਨੇ ਸਿੱਖੀ ਦੇ ਸਿਧਾਂਤਾਂ ਨੂੰ ਆਪਣੀ ਨਾਨੀ ਦੇ ਰਾਹੀਂ ਜੀਵਨ ਦੇ ਵਿੱਚ ਕਮਾਉਣਾ ਸ਼ੁਰੂ ਕਰ ਦਿੱਤਾ। ਮੈਂ ਤੇ ਇਹ ਵੀ ਕਹਿ ਸਕਦਾ ਹਾਂ ਕਿ ਜਿਵੇਂ ਆਪਾਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸੱਚਾ ਸੌਦਾ ਕੀਤਾ, ਸ਼ਾਇਦ ਸੱਚੇ ਸੌਦੇ ਵਾਲੀ ਘਟਨਾ ਦਾ ਪ੍ਰਭਾਵ ਸੀ ਕਿ ਬਚਪਨ ਦੇ ਵਿੱਚ ਹੀ ਕਿਸੇ ਲੋੜਵੰਦ ਦੀ ਮਦਦ ਕਰਨਾ, ਜੋ ਕਿ ਅੱਜ ਸਿੱਖ ਦੇ ਸੁਭਾਅ ਦਾ ਇੱਕ ਅੰਗ ਹੋਣਾ ਚਾਹੀਦਾ ਹੈ। ਉਹ ਭਾਈ ਜੇਠਾ ਜੀ ਦੇ ਰੂਪ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਚਪਨ ਤੋਂ ਹੀ ਉਹ ਜਿਹੜੀਆਂ ਸਿੱਖਿਆਵਾਂ ਸਨ ਉਹ ਆਪਣੇ ਜੀਵਨ ਦੇ ਵਿੱਚ ਅਪਣਾਈਆਂ। ਜਿਵੇਂ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ, ਘਾਲ ਖਾਏ ਕਿਛਤ ਹੁੰਦੇ ਨਾਨਕ ਰਾਹ ਪਛਾਣੇ ਸੇ, ਤੋਂ ਮਿਹਨਤ ਕਰਨੀ ਤੇ ਨਾਲ ਲੋੜਵੰਦਾਂ ਦੀ ਵੀ ਮਦਦ ਕਰਨੀ ਜੋ ਸਿੱਖੀ ਦਾ ਮਹਾਨ ਸਿਧਾਂਤ ਹੈ, ਉਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਚਪਨ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਅਪਣਾਇਆ। ਉਹਦੇ ਬਾਅਦ ਕਿਉਂਕਿ ਸ਼ਰੀਕਾ ਬਰਾਦਰੀ ਜਿਹੜੀ ਸੀ ਉਹ ਨਹੀਂ ਸੀ ਚਾਹੁੰਦੀ ਵੀ ਇਹ ਇੱਥੇ ਰਹਿਣ। ਸੁਭਾਵਿਕ ਹੈ ਕਿ ਆਮ ਤੌਰ ਤੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਦੂਸਰਿਆਂ ਦੁਆਰਾ ਕਿ ਜੇ ਇਹਨਾਂ ਦਾ ਧਨ ਦੌਲਤ ਜਾਂ ਇਹਨਾਂ ਦੀ ਜ਼ਮੀਨ ਜਾਇਦਾਦ ਸਾਡੇ ਕਾਬੂ ਵਿੱਚ ਆ ਜਾਏ ਤਾਂ ਉਹਦੇ ਵਾਸਤੇ ਉਹਨਾਂ ਨੂੰ ਉੱਥੋਂ ਚੱਲਦਾ ਕਰਨਾ ਜ਼ਰੂਰੀ ਸੀ। ਠੀਕ। ਤੋ ਐਸੇ ਢੰਗ ਦੇ ਨਾਲ ਸ਼ਰੀਕਾ ਬਰਾਦਰੀ ਨੇ ਉਹਨਾਂ ਦੇ ਕੰਮਕਾਰ ਦੇ ਵਿੱਚ ਅੜਿੱਕਣਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਨਾਨੀ ਜੀ ਬੱਚਿਆਂ ਨੂੰ ਨਾਲ ਲੈ ਕੇ ਬੱਸ ਕੇ ਚਲੇ ਗਏ। ਜੀ। ਉਹਨਾਂ ਦਿਨਾਂ ਦੇ ਵਿੱਚ ਹੀ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਅਜੇ ਕੇਵਲ ਬਾਬਾ ਅਮਰਦਾਸ ਜੀ ਮਹਾਰਾਜ ਸਨ, ਗੁਰਗੱਦੀ ਦੀ ਪ੍ਰਾਪਤੀ ਨਹੀਂ ਸੀ ਹੋਈ, ਉਹਨਾਂ ਨੇ ਗੋਇੰਦਵਾਲ ਨਗਰ ਵਸਾਇਆ ਸੀ ਗੁਰੂ ਸਾਹਿਬ ਜੀ ਦੇ ਹੁਕਮ ਸਦਕਾ। ਉੱਥੇ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਜਾ ਕੇ ਵਸੇ। ਗੁਰੂਆਂ ਦੀ ਇਹ ਕੋਸ਼ਿਸ਼ ਰਹੀ ਕਿ ਇੱਕ ਸਿੱਖ ਪ੍ਰਭਾਵੀ ਨਗਰ ਬਣਾਏ ਜਾਣ ਜਿੱਥੇ ਸਿੱਖੀ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਜੂਣ ਵਾਲੇ ਲੋਕ ਵਸਣ ਤੇ ਜੇ ਉਸ ਸ਼ਹਿਰ ਦੇ ਵਿੱਚ ਕੋਈ ਬੰਦਾ ਆਵੇ ਤੇ ਉਹਨੂੰ ਪਤਾ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਕੀ ਸੋਚ ਸੀ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਸਿੱਖ ਪ੍ਰਭਾਵੀ ਨਗਰ ਵਸਾਏ ਸਨ ਜਿਹਦੇ ਵਿੱਚੋਂ ਗੋਇੰਦਵਾਲ ਵੀ ਇੱਕ ਸੀ। ਤੋ ਉੱਥੇ ਸਿੱਖਾਂ ਨੂੰ ਵਸਾਇਆ ਗਿਆ, ਉਹਨਾਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਗਏ ਗੁਰੂ ਸਾਹਿਬ ਜੀ ਦੁਆਰਾ, ਕਿਉਂਕਿ ਕਿਰਤ ਕਰੋ ਸਾਡਾ ਮੁੱਖ ਸਿਧਾਂਤ ਹੈ। ਪਰਮੇਸ਼ਰ ਦੀ ਬੰਦਗੀ ਵੀ ਕਰਨੀ ਹੈ ਲੇਕਿਨ ਨਾਲ ਕੰਮ ਵੀ ਕਰਨਾ, ਮਿਹਨਤ ਵੀ ਕਰਨੀ, ਵਿਹਲੇ ਨਹੀਂ ਰਹਿਣਾ। ਤੋ ਉੱਥੇ ਸਿੱਖਾਂ ਨੂੰ ਕਾਰੋਬਾਰ ਵੀ ਖੋਲ ਕੇ ਦਿੱਤੇ ਗਏ, ਉੱਥੇ ਉਹਨਾਂ ਨੂੰ ਘਰ ਦਿੱਤੇ ਗਏ। ਤੋ ਨਾਨੀ ਜੀ ਭਾਈ ਜੇਠਾ ਜੀ ਨੂੰ ਅਤੇ ਉਹਨਾਂ ਦੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਏ। ਕਰੀਬ 12 ਸਾਲ ਦੀ ਉਮਰ ਸੀ, ਉੱਥੇ ਵੀ ਜਾ ਕੇ ਆਪ ਜੀ ਨੇ ਘੁੰਗਣੀਆਂ ਵੇਚਣ ਦਾ ਜਿਹੜਾ ਕਾਰੋਬਾਰ ਸੀ ਜਾਂ ਜਿਹੜੀ ਉਹਨਾਂ ਦੀ ਕਿਰਤ ਸੀ ਉਹਨਾਂ ਨੇ ਜਾਰੀ ਰੱਖੀ। ਪਰ ਇਸ ਦੇ ਨਾਲ ਹੀ ਹੁਣ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਉੱਥੇ ਮਿਲਣ ਲੱਗ ਪਈ। ਭਾਵ ਕਿ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਗੁਰਗੱਦੀ ਨਸ਼ੀਨ ਹੋ ਚੁੱਕੇ ਸਨ ਤੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਸਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ। ਉੱਥੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਨੂੰ ਸਿੱਖਣ ਅਤੇ ਸਮਝਣ ਦਾ ਬੜਾ ਮਹਾਨ ਮੌਕਾ ਪ੍ਰਾਪਤ ਹੋਇਆ। ਉਹਨਾਂ ਨੇ ਉੱਥੇ ਸੇਵਾ ਕੀਤੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜਿਹੜਾ ਸਿਧਾਂਤ ਹੈ ਕਿਰਤ ਕਰਦਿਆਂ ਪਰਮੇਸ਼ਰ ਦੀ ਬੰਦਗੀ ਕਰਨੀ, ਉਹ ਬੰਦਗੀ ਕਰਨ ਦਾ ਉੱਥੋਂ ਵੱਲ ਸਿੱਖਿਆ। ਕਿਵੇਂ ਲੋੜਵੰਦਾਂ ਦੀ ਲੋੜ ਪੂਰੀ ਕਰਨੀ ਹੈ, ਸਾਰਾ ਕੁਝ ਉਹਨਾਂ ਨੇ ਉੱਥੇ ਪ੍ਰੈਕਟੀਕਲੀ ਕੀਤਾ। ਉਹਨਾਂ ਦਾ ਜਿਹੜਾ ਜੀਵਨ ਸੀ ਇੰਨਾ ਜ਼ਿਆਦਾ ਨਿਖਰ ਗਿਆ
ਕਿ ਸ਼ਾਇਦ ਗੋਇੰਦਵਾਲ ਦੇ ਅੰਦਰ ਉਹਨਾਂ ਵਰਗੀ ਪਰਸਨੈਲਿਟੀ ਹੋਰ ਕੋਈ ਨਹੀਂ ਸੀ। ਉਹਨਾਂ ਦੀ ਬੋਲ ਬਾਣੀ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦੀ ਕਹਿਣੀ ਕਥਨੀ, ਉਹਨਾਂ ਦਾ ਕਿਰਤ ਵਿਰਤ ਕਰਨਾ ਤੇ ਉਹਦੇ ਬਾਅਦ ਆ ਕੇ ਸਤ ਸੰਗਤ ਵਿੱਚ ਬੈਠਣਾ, ਸੇਵਾ ਕਰਨੀ। ਤੋ ਉਹਨਾਂ ਦਾ ਜੀਵਨ ਇੰਨਾ ਮਿੱਠਾ, ਇੰਨਾ ਨਿੱਘਾ ਸੀ ਕਿ ਜਿੰਨੇ ਵੀ ਵੇਖਿਆ ਉਹਨਾਂ ਵੱਲ ਆਕਰਸ਼ਿਤ ਹੋਇਆ। ਉਹਨਾਂ ਦਿਨਾਂ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸੋਚਿਆ ਕਿ ਮੇਰੀ ਜਿਹੜੀ ਬਿਟੀਆ ਹੈ ਬੀਬੀ ਭਾਨੀ, ਜਿਹੜੀ ਕਿ ਵਿਆਹੁਣ ਦੇ ਕਾਬਲ ਹੈ, ਉਹਨਾਂ ਵਾਸਤੇ ਯੋਗ ਵਰ ਦੀ ਲੋੜ ਹੈ। ਕਿਉਂਕਿ ਸਿੱਖ ਰਹਿਤ ਮਰਿਆਦਾ ਵੀ ਤੁਸੀਂ ਪੜ੍ਹੋ, ਉਹਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਬੱਚੇ ਵਿਆਹ ਦੇ ਕਾਬਲ ਹੋ ਜਾਣ, ਯੋਗ ਵਰ ਵੇਖ ਕੇ ਉਹਨਾਂ ਦਾ ਆਨੰਦ ਪੜਾਇਆ ਜਾਏ। ਵੱਖਰੀ ਗੱਲ, ਅੱਜ ਅਸੀਂ ਯੋਗਤਾ ਕੇਵਲ ਧਨ ਦੌਲਤ ਨੂੰ ਜਾਂ ਫਿਰ ਜਿਹੜਾ ਸਰੀਰਕ ਕੱਦ ਆ ਜਾਂ ਰੰਗ ਰੂਪ ਹੈ ਉਹਨੂੰ ਆਪਾਂ ਰੱਖਿਆ ਹੋਇਆ, ਜਦ ਕਿ ਜਿਹੜੀ ਯੋਗਤਾ ਹੈ ਉਹ ਆਤਮਿਕ ਕੱਦ ਹੁੰਦਾ ਹੈ ਕਿ ਇਹ ਬੰਦਾ ਅਧਿਆਤਮਿਕ ਤੌਰ ਤੇ ਕਿੰਨਾ ਕੁ ਉੱਚਾ ਹੈ ਜਾਂ ਇਹ ਵਿਦਿਅਕ ਤੌਰ ਤੇ ਕਿੰਨਾ ਕੁ ਉੱਚਾ ਹੈ, ਮਾਨਸਿਕਤਾ ਜਿਹੜੀ ਹੈਗੀ ਉਸ ਦੀ ਕਿੱਥੋਂ ਤੱਕ ਹੈ। ਬਿਲਕੁਲ। ਨਾ ਤੇ ਅੱਜ ਵਿਦਿਅਕ ਕੱਦ ਵੇਖਿਆ ਜਾਂਦਾ ਹੈ, ਨਾ ਅਧਿਆਤਮਿਕ ਕੱਦ। ਅੱਜ ਕੇਵਲ ਪੈਸਾ ਪ੍ਰਧਾਨ ਹੈ, ਪਦਾਰਥਾਂ ਨੂੰ ਵੇਖਿਆ ਜਾਂਦਾ ਹੈ ਜਾਂ ਬਾਹਰੀ ਰੂਪ ਰੰਗ ਨੂੰ ਤਰਜੀਹ ਦਿੱਤੀ ਜਾਂਦੀ, ਜਦ ਕਿ ਗੁਰੂ ਸਾਹਿਬ ਨੇ ਆਪ ਸਿਖਾਇਆ ਕਿ ਕਿਸ ਚੀਜ਼ ਨੂੰ ਮਾਨਤਾ ਦੇਣੀ ਹੈ। ਜਦੋਂ ਗੁਰੂ ਕੇ ਮਹਿਲਾਂ ਨੇ ਕਿਹਾ ਕਿ ਬੀਬੀ ਭਾਨੀ ਜੀ ਵਾਸਤੇ ਯੋਗ ਵਰ ਲੱਭਿਆ ਜਾਏ ਤੇ ਮਹਾਰਾਜ ਨੇ ਕਿਹਾ ਕਿ ਕਿਹੋ ਜਿਹਾ ਵਰ ਚਾਹੀਦਾ। ਸੁਭਾਵਕ ਕਿ ਉਸ ਸਮੇਂ ਭਾਈ ਜੇਠਾ ਜੀ ਆ ਰਹੇ ਸਨ ਤੇ ਮਾਤਾ ਮਨਸਾ ਦੇਵੀ ਜੀ, ਉਹਨਾਂ ਨੇ ਕਿਹਾ, ਕਹਿਣ ਲੱਗੇ ਕਿ ਆਹ ਜਿਹੜਾ ਨੌਜਵਾਨ ਹੈ ਨਾ, ਇਹਦਾ ਜੀਵਨ ਬੜਾ ਪਿਆਰ ਭਰਿਆ ਹੈ, ਗੁਰੂ ਨਾਨਕ ਸਾਹਿਬ ਦੇ ਘਰ ਨਾਲ ਬੜਾ ਪਿਆਰ ਕਰਦਾ ਹੈ, ਸੇਵਾ ਤੇ ਸਿਮਰਨ ਦੀ ਇਹ ਮੂਰਤ ਹੈ, ਕਹਿਣੀ ਤੇ ਕਥਨੀ ਦਾ ਇਹ ਮੁਜੱਸਮਾ ਹੈ। ਜਿੰਨੇ ਅਧਿਆਤਮਿਕ ਗੁਣ ਸਨ ਉਹ ਸਾਰੇ ਗੁਣ ਉਹਨਾਂ ਨੂੰ ਵੇਖ ਕੇ ਗਿਣਾ ਦਿੱਤੇ। ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਕਿ ਭਲੀਏ ਫਿਰ ਭਾਈ ਜੇਠਾ ਹੀ ਕਿਉਂ ਨਹੀਂ, ਇਹਦੇ ਵਰਗਾ ਤੇ ਕੇਵਲ ਇਹੀ ਹੋ ਸਕਦਾ। ਤੇ ਉਹਨਾਂ ਨੇ ਉਸ ਸਮੇਂ ਕਿਹਾ ਕਿ ਲੋਕ ਬਹੁਤ ਕੁਝ ਵੇਖਦੇ ਨੇ, ਧਨ ਦੌਲਤ, ਘਰ ਪਰਿਵਾਰ, ਜ਼ਮੀਨ ਜਾਇਦਾਦ ਜਾਂ ਪਰਿਵਾਰ ਦਾ ਪਿਛੋਕੜ, ਤੇ ਮਹਾਰਾਜ ਨੇ ਕਿਹਾ ਕਿ ਸਾਡੇ ਘਰ ਦੇ ਵਿੱਚ ਗੁਰਸਿੱਖੀ ਹੀ ਸਭ ਕੁਝ ਹੈ। ਧਨ ਦੌਲਤ, ਜ਼ਮੀਨ ਜਾਇਦਾਦ, ਪਰਿਵਾਰਕ ਪਿਛੋਕੜ, ਸਾਰਾ ਕੁਝ ਗੁਰਸਿੱਖੀ ਹੈ ਤੇ ਉਸ ਨਾਤੇ ਇਹ ਪੂਰੇ ਨੇ। ਇਸ ਪ੍ਰਕਾਰ ਬਿਨਾਂ ਕੋਈ ਜ਼ਾਤ ਬਰਾਦਰੀ ਵੇਖਿਆ, ਬਿਨਾਂ ਧਨ ਦੌਲਤ ਵੇਖਿਆ, ਬਿਨਾਂ ਪਰਿਵਾਰਕ ਪਿਛੋਕੜ ਵੇਖਿਆ, ਕੇਵਲ ਉਹਨਾਂ ਦੇ ਗੁਣਾਂ ਨੂੰ ਵੇਖ ਕੇ ਬੀਬੀ ਭਾਨੀ ਜੀ ਦਾ ਭਾਈ ਜੇਠਾ ਜੀ ਦੇ ਨਾਲ ਆਨੰਦ ਕਾਰਜ ਜਿਹੜਾ ਸੀ ਉਹ ਕੀਤਾ ਗਿਆ। ਐਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਉਹ ਜਵਾਈ ਜਿਹੜੇ ਸਨ ਉਹ ਬਣੇ। ਠੀਕ, ਇਹਦੇ ਬਾਰੇ ਹੋਰ ਜਾਣਕਾਰੀ ਲੈਣੇ ਜੀ ਇਸ ਬ੍ਰੇਕ ਤੋਂ ਬਾਅਦ। ਗੁਰੂ ਸਾਹਿਬ ਜੀ ਦੀ ਜੀਵਨੀ ਨਾਲ ਹੋਰ ਜੋੜਾਂਗੇ ਜੀ ਇਸ ਬ੍ਰੇਕ ਤੋਂ ਬਾਅਦ। ਵੇਖਦੇ ਰਹੋ ਦ ਹਰਪ੍ਰੀਤ ਸਿੰਘ ਸ਼ੋਅ।